सत श्री अकाल जी सारिਆਂ ਨੂੰ। इस सीरीज़ की पहली वीडियो 'ਚ ਤੁਹਾਡਾ स्वागत है। ਅੱਜ ਆਪਾਂ डिस्कस करांगे कि ऑब्जेक्ट ओरिएंटेड प्रोग्रामिंग की ਹੁੰਦੀ है, क्योंकि जावा एक ऑब्जेक्ट ओरिएंटेड प्रोग्रामिंग लैंग्वेज है ਤੇ ऑब्जेक्ट ओरिएंटेड प्रोग्रामिंग ਤਾਂ ਆਪਾਂ ਪਹਿਲਾਂ ਕੀ यूज़ ਕਰਦੇ ਸੀ, प्रोसीजरल प्रोग्रामिंग। ਅੱਜ ਆਪਾਂ ਇਹਨਾਂ ਦੋਨਾਂ 'ਚ ਫਰਕ ਦੇਖਾਂਗੇ। ਫਿਰ ਆਪਾਂ ਦੇਖਾਂਗੇ ऑब्जेक्ट ओरिएंटेड प्रोग्रामिंग 'ਚ ऑब्जेक्ट्स ਕੀ ਹੁੰਦੇ ਆ, ਕਲਾਸਿਸ ਕੀ ਹੁੰਦੀਆਂ ਤੇ ਆਪਾਂ ਉਹਨੂੰ ਕਿਵੇਂ यूज़ ਕਰਦੇ ਹਾਂ। ਜੇ ਤੁਸੀਂ ਇਸ ਸੀਰੀਜ਼ ਦੀ ਇੰਟਰੋਡਕਟਰੀ ਵੀਡੀਓ ਨਹੀਂ ਦੇਖੀ ਕਿ ਕਿਵੇਂ ਤੁਸੀਂ ਇਸ ਸੀਰੀਜ਼ ਤੋਂ ਸਭ ਤੋਂ ਜ਼ਿਆਦਾ ਲਾਭ ਲੈ ਸਕਦੇ ਹੋ ਤੇ ਇਹ ਸੀਰੀਜ਼ ਬਣਾਉਣ ਦੇ ਪਿੱਛੇ ਮੇਰਾ ਮਕਸਦ ਕੀ ਹੈ, ਤਾਂ ਉੱਪਰ ਆਈ ਕਾਰਡ ਤੇ ਲਿੰਕ ਆਏਗਾ, ਤੁਸੀਂ ਉਹਨੂੰ ਕਲਿੱਕ ਕਰਕੇ ਇੰਟਰੋਡਕਟਰੀ ਵੀਡੀਓਜ਼ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਵੀਡੀਓ ਸੀਰੀਜ਼ ਦੇਖਣਾ ਸ਼ੁਰੂ ਕਰੋ। ਚਲੋ ਸ਼ੁਰੂ ਕਰੀਏ ਫਿਰ। ਤਾਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਤੋਂ ਪਹਿਲਾਂ ਆਪਾਂ ਪ੍ਰੋਸੀਜਰਲ ਪ੍ਰੋਗਰਾਮਿੰਗ ਯੂਜ਼ ਕਰਦੇ ਸੀ। ਦੇਖਦੇ ਹਾਂ ਪ੍ਰੋਸੀਜਰਲ ਪ੍ਰੋਗਰਾਮਿੰਗ ਕੀ ਹੁੰਦਾ ਹੈ, ਉਹਦੇ 'ਚ ਕੀ ਕਮੀਆਂ ਸੀ, ਆਪਾਂ ਨੂੰ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੀ ਲੋੜ ਕਿਉਂ ਪਈ ਤੇ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਨੇ ਉਹ ਕਮੀਆਂ ਕਿਵੇਂ ਦੂਰ ਕੀਤੀਆਂ। ਸਭ ਤੋਂ ਪਹਿਲਾਂ ਪ੍ਰੋਸੀਜਰਲ ਪ੍ਰੋਗਰਾਮਿੰਗ ਨੂੰ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਵੀ ਕਹਿੰਦੇ ਆ। ਦਿਸ ਇਜ਼ ਡਿਰਾਈਵਡ ਫਰੋਮ ਸਟਰਕਚਰਲ ਪ੍ਰੋਗਰਾਮਿੰਗ। ਇਹ ਸਟਰਕਚਰਲ ਪ੍ਰੋਗਰਾਮਿੰਗ ਤੋਂ ਆਉਂਦੀ ਹੈ। ਸਟਰਕਚਰ ਦਾ ਮਤਲਬ ਕੀ ਹੁੰਦਾ, ਬਣਤਰ। ਤੇ ਇਹਦੇ 'ਚ ਬਣਤਰ ਹੁੰਦੀ ਹੈ, ਇੱਕ ਸਟਰਕਚਰ ਫੋਲੋ ਕਰਦੀ ਹੈ। ਕੀ ਸਟਰਕਚਰ? ਕਿ ਜਿਹੜਾ ਆਪਣਾ ਕੋਡ ਹੁੰਦਾ ਹੈ ਜਾਂ ਪ੍ਰੋਗਰਾਮ ਉਹ ਸਟੈਪਸ 'ਚ ਡਿਵਾਈਡਡ ਹੁੰਦਾ ਹੈ। ਕਿਸ ਤਰ੍ਹਾਂ ਦੇ ਸਟੈਪਸ? 1 2 3 4। ਤਾਂ ਜਿਹੜੇ ਸਟੈਪਸ ਹੈ ਇਹ ਕਿੱਦਾਂ ਫੋਲੋ ਹੋਣਗੇ, ਉੱਪਰੋਂ ਥੱਲੇ ਤੱਕ। ਪਹਿਲਾਂ ਸਟੈਪ 1 ਚੱਲੂਗਾ, ਫਿਰ ਸਟੈਪ 2 ਚੱਲੂਗਾ, ਫਿਰ 3, ਫਿਰ 4। ਉੱਪਰੋਂ ਥੱਲੇ ਜਿਹੜਾ ਸਟੈਪ ਪਹਿਲਾਂ ਆਇਆ ਉਹ ਸਟੈਪ ਪਹਿਲਾਂ ਪੂਰਾ ਹੋਊਗਾ। ਇਹਨੂੰ ਕਹਿੰਦੇ ਆ ਪ੍ਰੋਸੀਜਰਲ ਪ੍ਰੋਗਰਾਮਿੰਗ। ਹੁਣ ਇਹ ਸਟੈਪ ਕੀ ਹੈ? ਇਹ ਸਟੈਪ ਇੱਕ ਫੰਕਸ਼ਨ ਹੈ। ਫੰਕਸ਼ਨ ਆਪਣੇ ਲਈ ਕੋਈ ਇੱਕ ਟਾਸਕ ਕਰੂਗਾ। ਤਾਂ ਸਟਰਕਚਰਲ ਪ੍ਰੋਗਰਾਮਿੰਗ 'ਚ ਆਪਣਾ ਕੋਡ ਅਲੱਗ-ਅਲੱਗ ਫੰਕਸ਼ਨਸ 'ਚ ਡਿਵਾਈਡਡ ਹੁੰਦਾ ਹੈ, ਉੱਪਰੋਂ ਲੈ ਕੇ ਥੱਲੋਂ ਤੱਕ। ਪਹਿਲਾ ਫੰਕਸ਼ਨ ਪਹਿਲਾਂ ਚੱਲੂਗਾ, ਦੂਜਾ ਬਾਅਦ 'ਚ, ਤੀਜਾ ਉਸ ਤੋਂ ਬਾਅਦ, ਐਂਡ ਸੋ ਔਨ। ਠੀਕ ਹੈ। ਤਾਂ ਆਪਾਂ ਕਹਿੰਦੇ ਹਾਂ ਕਿ ਜਿਹੜੀ ਪ੍ਰੋਸੀਜਰਲ ਪ੍ਰੋਗਰਾਮਿੰਗ ਹੁੰਦੀ ਹੈ ਨਾ, ਉਹ ਟੌਪ ਡਾਊਨ ਅਪਰੋਚ ਫੋਲੋ ਕਰਦੀ ਹੈ। ਟੌਪ ਡਾਊਨ ਮਤਲਬ ਉੱਪਰੋਂ ਥੱਲੇ ਤੱਕ, ਉਹੀ ਜੋ ਆਪਾਂ ਹੁਣੇ ਦੇਖਿਆ। ਹੁਣ ਇਹਦੇ 'ਚ ਆਪਾਂ ਇੱਕ ਚੀਜ਼ ਸਮਝ ਸਕਦੇ ਹਾਂ, ਜਿਹੜਾ ਆਪਣੇ ਕੋਲ ਡਾਟਾ ਹੈ ਜਿਹਦੇ ਨਾਲ ਆਪਾਂ ਕੰਮ ਕਰਨਾ ਹੈ, ਉਹਨੂੰ ਤਾਂ ਆਪਾਂ ਇੰਪੋਰਟੈਂਸ ਦੇ ਹੀ ਨਹੀਂ ਰਹੇ। ਆਪਾਂ ਨੂੰ ਫੰਕਸ਼ਨ ਚਲਾ ਰਹੇ ਹੈ ਕਿ ਪਹਿਲਾਂ ਉੱਪਰਲਾ ਚੱਲੂ, ਫਿਰ ਦੂਜਾ ਚੱਲੂ, ਫਿਰ ਤੀਜਾ ਚੱਲੂ। ਯਾਰ ਸਾਨੂੰ ਤਾਂ ਡਾਟਾ ਨਾਲ ਮਤਲਬ ਹੈ ਨਾ, ਅਸੀਂ ਤਾਂ ਆਪਣੇ ਡਾਟਾ ਨਾਲ ਕੰਮ ਕਰਨਾ ਹੈ। ਅਸੀਂ ਫੰਕਸ਼ਨਸ ਦੇ ਕਹਿਣ ਤੇ ਕਿਉਂ ਕੰਮ ਕਰੀਏ? ਅਸਲੀ ਜ਼ਿੰਦਗੀ 'ਚ ਆਪਾਂ ਐਂ ਤਾਂ ਕਰਦੇ ਨਹੀਂ ਕਿ ਜੋ ਕਰਨਾ ਹੁੰਦਾ ਹੈ ਉਹ ਲਿਖ ਲੈਂਦੇ ਹਾਂ ਤੇ ਉਸ ਤੋਂ ਬਾਅਦ ਡੇਟਾ ਪਾਈਦਾ। ਆਪਾਂ ਡਾਟਾ ਲੈਂਦੇ ਹਾਂ, ਫਿਰ ਉਹਦੇ ਉੱਪਰ ਕੰਮ ਕਰਦੇ ਹਾਂ। ਫੰਕਸ਼ਨ ਆਪਣੇ ਲਈ ਉਹ ਕੰਮ ਕਰੂਗਾ। ਤਾਂ ਇਹ ਦਿਸ ਇਜ਼ ਨਾਟ ਹਾਊ ਥਿੰਗਸ ਵਰਕ ਇਨ ਰੀਅਲ ਵਰਲਡ। ਇੱਦਾਂ ਚੀਜ਼ਾਂ ਨਹੀਂ ਚੱਲਦੀਆਂ ਰੀਅਲ ਵਰਲਡ 'ਚ। ਇਹ ਬੇਸਡ ਔਨ ਅਨਰੀਅਲ ਵਰਲਡ ਹੈ। ਫਿਰ ਪ੍ਰੋਸੀਜਰਲ ਪ੍ਰੋਗਰਾਮਿੰਗ 'ਚ ਡਾਟਾ ਹਾਈਡ ਕਰਨ ਦਾ ਫੀਚਰ ਨਹੀਂ ਹੈਗਾ ਤੇ ਇਸੇ ਕਾਰਨ ਉਹ ਘੱਟ ਸਿਕਿਉਰ ਹੈ। ਡਾਟਾ ਹਾਈਡਿੰਗ ਦਾ ਮਤਲਬ, ਹੁਣ ਆਪਾਂ ਡਾਟਾ ਛੁਪਾਉਣਾ ਕਿਉਂ ਹੈ ਯੂਜ਼ਰ ਤੋਂ? ਬਹੁਤ ਵਾਰੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਾਂ ਯੂਜ਼ਰ ਨੂੰ ਨਹੀਂ ਦਿਖਾਉਣੀਆਂ ਹੁੰਦੀਆਂ, ਆਪਾਂ ਨਹੀਂ ਚਾਹੁੰਦੇ ਆਪਣਾ ਯੂਜ਼ਰ ਦੇਖੇ। ਉਸ ਕੇਸ 'ਚ ਪ੍ਰੋਸੀਜਰਲ ਪ੍ਰੋਗਰਾਮਿੰਗ ਆਪਣਾ ਸਾਥ ਨਹੀਂ ਦਿੰਦਾ। ਤੇ ਕਿਉਂਕਿ ਯੂਜ਼ਰ ਨੂੰ ਸਾਰਾ ਕੁਝ ਦਿਖਦਾ ਹੈ, ਇਸ ਲਈ ਪ੍ਰੋਸੀਜਰਲ ਪ੍ਰੋਗਰਾਮਿੰਗ ਜਿਹੜਾ ਉਹ ਘੱਟ ਸਿਕਿਉਰ ਹੈ। ਫਿਰ ਹੁਣ ਕਿਉਂਕਿ ਆਪਾਂ ਉੱਪਰੋਂ ਲੈ ਕੇ ਥੱਲੋਂ ਤੱਕ ਚੱਲ ਰਹੇ ਹਾਂ, ਪਹਿਲਾ ਫੰਕਸ਼ਨ ਪਹਿਲਾਂ, ਆਖਰੀ ਫੰਕਸ਼ਨ ਬਾਅਦ 'ਚ। ਤਾਂ ਜੇ ਆਪਾਂ ਵਿੱਚ ਕੋਈ ਫੰਕਸ਼ਨ ਐਡ ਕਰਨਾ ਹੋਵੇ ਨਾ, ਤਾਂ ਆਪਣੇ ਲਈ ਸੌਖਾ ਨਹੀਂ ਹੁੰਦਾ, ਔਖਾ ਹੁੰਦਾ। ਵਿੱਚ ਕੋਈ ਫੰਕਸ਼ਨ ਐਡ ਕਰਤਾ, ਆਪਾਂ ਥੱਲੜਿਆਂ ਉਤਲਿਆਂ ਨੂੰ ਅਕੋਰਡਿੰਗਲੀ ਚੇਂਜ ਕਰਨਾ ਪਊਗਾ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ। ਐਡਿੰਗ ਨਿਊ ਡੇਟਾ ਐਂਡ ਫੰਕਸ਼ਨ ਇਜ਼ ਨਾਟ ਈਜ਼ੀ। ਸੌਖਾ ਨਹੀਂ ਹੁੰਦਾ। ਇਹੋ ਜਿਹੀ ਐਗਜ਼ਾਮਪਲਾਂ ਕੀ ਹੈ? ਸੀ ਲੈਂਗੁਏਜ, ਫੋਰਟਨ, ਪਾਸਕਲ, ਬੇਸਿਕ, ਸਾਰੀਆਂ ਜਿਹੜੀਆਂ ਪਹਿਲਾਂ ਬਣੀਆਂ ਸੀ ਉਹ ਸਾਰੀਆਂ ਪ੍ਰੋਸੀਜਰਲ ਪ੍ਰੋਗਰਾਮਿੰਗ ਸੀ। ਫਿਰ ਆਪਾਂ ਚਾਹੁੰਦੇ ਕੀ ਸੀ? ਆਪਾਂ ਚਾਹੁੰਦੇ ਸੀ ਕੋਈ ਇਹੋ ਜਿਹੀ ਪ੍ਰੋਗਰਾਮਿੰਗ ਲੈਂਗੁਏਜ ਹੋਵੇ ਜਿਹੜੀ ਰੀਅਲ ਵਰਲਡ ਤੇ ਬੇਸਡ ਹੋਵੇ, ਕਿ ਜਿੱਦਾਂ ਆਪਣੇ ਰੀਅਲ ਵਰਲਡ 'ਚ ਕੰਮ ਚੱਲਦਾ ਉੱਦਾਂ ਹੀ ਚੱਲੇ। ਇਹਨੂੰ ਕਹਿੰਦੇ ਮੋਡੂਲਰ ਅਪਰੋਚ ਚਾਹੀਦੀ ਸੀ ਆਪਾਂ ਨੂੰ। ਇਸ ਕਰਕੇ ਆਪਾਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਨੂੰ ਡਿਫਾਈਨ ਕੀਤਾ। ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਇਜ਼ ਬੇਸਡ ਔਨ ਰੀਅਲ ਵਰਲਡ। ਜਿੱਦਾਂ ਆਪਣੇ ਰੀਅਲ ਵਰਲਡ 'ਚ ਚੀਜ਼ਾਂ ਚੱਲਦੀਆਂ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ 'ਚ ਉੱਦਾਂ ਹੀ ਚੀਜ਼ਾਂ ਚੱਲਦੀਆਂ। ਪ੍ਰੋਗਰਾਮ ਛੋਟੇ ਛੋਟੇ ਪਾਰਟਸ 'ਚ ਡਿਵਾਈਡਡ ਹੁੰਦਾ ਹੈ, ਜਿਹਨੂੰ ਕਹਿੰਦੇ ਆਬਜੈਕਟ। ਆਬਜੈਕਟ ਕੀ ਹੁੰਦਾ ਆਪਾਂ ਹੁਣੇ ਦੇਖਾਂਗੇ 2 ਮਿੰਟ 'ਚ। ਫਿਲਹਾਲ ਲਈ ਪ੍ਰੋਗਰਾਮ ਇਜ਼ ਡਿਵਾਈਡਡ ਇਨਟੂ ਸਮਾਲ ਪਾਰਟਸ ਕਾਲਡ ਆਬਜੈਕਟਸ। ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਬੋਟਮ ਅਪ ਅਪਰੋਚ ਫੋਲੋ ਕਰਦੀ ਹੈ। ਬੋਟਮ ਅਪ ਮਤਲਬ ਪਹਿਲਾਂ ਸਾਰੀ ਚੀਜ਼ ਦੇਖ ਲਈ, ਫਿਰ ਜੋ ਤੁਸੀਂ ਕੰਮ ਕਰਨ ਨੂੰ ਕਿਹਾ ਉਹ ਕੰਮ ਕਰੂਗੀ। ਬੋਟਮ ਅਪ ਅਪਰੋਚ ਹੁਣ ਸਹੀ ਹੈ। ਹੁਣ ਜ਼ਰੂਰੀ ਨਹੀਂ ਆਪਾਂ ਉੱਪਰੋਂ ਥੱਲੇ ਜਾ ਰਹੇ ਹਾਂ, ਆਪਾਂ ਥੱਲੋਂ ਉੱਪਰ ਵੀ ਜਾ ਸਕਦੇ ਹਾਂ, ਉੱਪਰੋਂ ਥੱਲੇ ਵੀ ਆ ਸਕਦੇ ਹਾਂ। ਇਹ ਆਪਣੀ
ਜਿੱਦਾਂ ਰਿਕੁਆਇਰਮੈਂਟ ਹੋਊਗੀ ਆਪਾਂ ਉੱਦਾਂ ਕਰਾਂਗੇ। ਡਾਟਾ ਨੂੰ ਹੁਣ ਆਪਾਂ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ ਫੰਕਸ਼ਨ ਨਾਲੋਂ। ਜਿਹੜਾ ਡਾਟਾ ਤੇ ਆਪਾਂ ਜੋ ਕੰਮ ਕਰਨਾ ਆਪਾਂ ਉਹਨੂੰ ਇੰਪੋਰਟੈਂਸ ਦੇ ਰਹੇ ਹਾਂ, ਨਾ ਕਿ ਆਪਾਂ ਫੰਕਸ਼ਨ ਦੇ ਕਹਿਣ ਤੇ ਆਪਣਾ ਡਾਟਾ ਅਕੋਰਡਿੰਗਲੀ ਉੱਪਰੋਂ ਥੱਲੇ ਪਾਸ ਕਰ ਰਹੇ ਹਾਂ। ਤੇ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ 'ਚ ਡੇਟਾ ਹਾਈਡਿੰਗ ਪੋਸੀਬਲ ਹੈ, ਤਾਂ ਇਹ ਜ਼ਿਆਦਾ ਸੁਰੱਖਿਅਤ ਹੈ। ਐਡਿੰਗ ਨਿਊ ਡੇਟਾ ਇਜ਼ ਮਚ ਈਜ਼ੀਅਰ। ਹੁਣ ਕਿਉਂਕਿ ਉੱਪਰੋਂ ਥੱਲੇ ਪਹਿਲਾਂ ਇੱਕ ਵਾਰ ਪੂਰਾ ਸਕੈਨ ਹੋਊਗਾ, ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਹੋਊਗਾ, ਤਾਂ ਤੁਸੀਂ ਵਿੱਚ ਵੀ ਡੇਟਾ ਐਡ ਕਰ ਸਕਦੇ ਹੋ, ਕੋਈ ਔਖੀ ਗੱਲ ਨਹੀਂ ਹੈ। ਬਹੁਤ ਆਸਾਨੀ ਹੋ ਜਾਂਦੀ ਹੈ ਪ੍ਰੋਸੀਜਰਲ ਪ੍ਰੋਗਰਾਮਿੰਗ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਤਾਂ। ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਲੈਂਗੁਏजेस ਕਿਹੜੀਆਂ ਜਿਹੜੀਆਂ ਆਪਾਂ ਜ਼ਿਆਦਾਤਰ ਦੇਖਦੇ ਹਾਂ, C++ ਹੈ, ਜਾਵਾ ਹੈ, ਪਾਈਥਨ ਹੈ, C# ਹੈ ਤੇ ਹੋਰ ਬਹੁਤ ਸਾਰੀਆਂ ਅੱਜ ਕੱਲ੍ਹ ਜਿਹੜੀਆਂ ਵੀ ਚਲਦੀਆਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਲੈਂਗੁਏजेस ਚਲਦੀਆਂ। ਹੁਣ ਆਬਜੈਕਟ ਹੁੰਦੇ ਕੀ ਹੈ? ਰੀਅਲ ਵਰਲਡ 'ਚ ਆਪਣੇ ਆਸ-ਪਾਸ ਜਿੰਨੀਆਂ ਵੀ ਚੀਜ਼ਾਂ ਹਰ ਚੀਜ਼ ਨੂੰ ਆਪਾਂ ਆਬਜੈਕਟ ਕਹਿ ਸਕਦੇ ਹਾਂ। Anything that has a state and a behavior is known as an object. State and behavior मतलब state मतलब property, behavior मतलब वो चीज की करती है। कुछ भी ऑब्जेक्ट हो सकता है, अपने सामने माउस है, माउस भी ऑब्जेक्ट हो सकता है, कोई ग्लास पे है, ग्लास ऑब्जेक्ट हो सकता है, कार ऑब्जेक्ट हो सकती है, लैपटॉप है, कंप्यूटर है, पेन है, सारिया चीज़ां ऑब्जेक्ट हो सकती हैं। इत्थे तक कि आपां आप भी ऑब्जेक्ट्स हाँ। अपने कोल भी प्रॉपर्टीज है, मेरा कद, मेरा भार, अपने कोल भी बिहेवियर है, मैं तुर सकदा, मैं दौड़ सकदा, आपां भी ऑब्जेक्ट्स हाँ। ठीक है, हुण आ जिहड़ी सारा मेरी प्रॉपर्टीज है वो वेरीएबल्स च स्टोर होगी। जिद्दां जे मेरा वेट स्टोर करना है तो वेट एक वेरीएबल होगा, जे मेरी हाइट स्टोर करनी है तो हाइट एक वेरीएबल होगी। तो मैं की कर सकदा, वो मैथड्स या फंक्शनस के थ्रू होगा। मतलब मैं तुर सकदा, मैं दौड़ सकदा एंड सो ऑन, ये सारा कुछ है जिहड़ा ये मैथड या फंक्शन होणगे। तां आपां की कह सकते हैं, ऑब्जेक्ट रियल वर्ल्ड की एक चीज़ है, एंटिटी मतलब एक चीज़, ऑब्जेक्ट रियल वर्ल्ड की एक चीज़ है। तो इत्थे उपर लिखा ऑब्जेक्ट्स कैन बी फिजिकल और लॉजिकल। फिजिकल मतलब जिहड़ियां चीज़ां नूं आपां हत्थ ला सकते हैं, देख सकते हैं। लॉजिकल या इनटैंजिबल का मतलब जिन्हों आपां हत्थ नहीं ला सकते। इंटैंजिबल मतलब जिन्हों आपां हत्थ नहीं ला सकते। एग्जाम्पल, अपना खाता है किसी बैंक च, आपां खाते नूं हत्थ तां नहीं ला सकते, पर वो खाते नूं आपां ऑब्जेक्ट मन्नांगे। ਉਹਦੇ ਕੋਲ ਆਪਣੀਆਂ ਪ੍ਰੋਪਰਟੀਜ਼ ਹੈ। ਪ੍ਰੋਪਰਟੀ ਉਹਦੀ ਕੀ ਹੈ? ਉਹਦੇ 'ਚ ਕਿੰਨੇ ਪੈਸੇ ਪਏ ਹੈ, ਉਹਦਾ ਬਿਹੇਵੀਅਰ ਕੀ ਹੈ, ਆਪਾਂ ਉਹਦੇ 'ਚੋਂ ਪੈਸੇ ਕਢਾ ਸਕਦੇ ਹਾਂ, ਉਹਦੇ 'ਚ ਪੈਸੇ ਪਾ ਸਕਦੇ ਹਾਂ। ਇਹ ਉਹਦਾ ਪ੍ਰੋਪਰਟੀਜ਼ ਐਂਡ ਬਿਹੇਵੀਅਰ ਹੈ। ਹੁਣ ਆਪਾਂ ਕਿਹਾ ਐਨ ਆਬਜੈਕਟ ਇਜ਼ ਐਨ ਇੰਸਟੈਂਸ ਆਫ ਅ ਕਲਾਸ। ਹੁਣ ਇਹ ਲਾਈਨ ਸਮਝਣ ਤੋਂ ਪਹਿਲਾਂ ਇੱਕ ਕਲਾਸ ਕੀ ਹੁੰਦੀ ਹੈ? ਗਰੁੱਪ ਆਫ ਆਬਜੈਕਟਸ ਨੂੰ ਆਪਾਂ ਕਲਾਸ ਕਹਿੰਦੇ ਹਾਂ। ਕਿਹੋ ਜਿਹੇ ਆਬਜੈਕਟ? ਜਿਨ੍ਹਾਂ ਕੋਲ ਕਾਮਨ ਪ੍ਰੋਪਰਟੀਜ਼ ਹੋਣ। ਜਾਂ ਆਪਾਂ ਐਂ ਕਹਿ ਸਕਦੇ ਹਾਂ, क्लास एक नक्शा है, क्लास इज अ ब्लूप्रिंट जिहदे तो ऑब्जेक्ट्स बनते हैं। एग्जाम्पल ले लीए, गड्डियां, बहुत तरह दी गड्डियां हो सकदियां ना, पर गड्डियां च कुछ चीज़ां तो कॉमन होणगियां, जिद्दां कोई गड्डी कोल कलर होगा, कोई गड्डी कोल नंबर होगा, कोई गड्डी दी मैक्सीमम स्पीड होगी, किन्नी तेज सब तो ज़्यादा चल सकती है। ठीक है, ये हो गई प्रॉपर्टीज। बिहेवियर की है? गड्डी चल सकती है, गड्डी ब्रेक मार सकती है, गड्डी हॉर्न मार सकती है, ये सारा उसका बिहेवियर है। हर गड्डी च चीज़ां होनियां चाहिए। तो यह हो गया अपना ब्लूप्रिंट या नक्शा क्लास का। हुण इहदे तो आपां ऑब्जेक्ट्स बना सकते हैं। किदां दे ऑब्जेक्ट? फोक्सवैगन वालियां ने पोलो बनाती अड अड रंग च। हुण उस कल्ले एक ऑब्जेक्ट का प्रॉपर्टी अड है। ठीक है, मुस्टैंग है, मुस्टैंग की मैक्सीमम स्पीड कोई होर हो सकती है, पोलो की मैक्सीमम स्पीड कोई होर हो सकती है, पर दोनों को मैक्सीमम स्पीड तो है ना। इसलिए क्लास होंदी है जिहड़ी वो एक नक्शा दे दिंदी है सिमिलर टाइप इक्को तरह के ऑब्जेक्ट्स बनाने वास्ते। तो आपां कहने हैं, फॉर एग्जाम्पल, अ कार कैन बी अ क्लास एंड कैन हैव वेरीअस ऑब्जेक्ट्स। एक क्लास दे बहुत सारे ऑब्जेक्ट्स हो सकते हैं। हर ऑब्जेक्ट कोल अपनी प्रॉपर्टी होगी। जिद्दां आपां कहता गड्डी किन्ने किलो दी है ते गड्डी दा रंग की है, ते ओहदे अपने मैथड होणगे। बिहेवियर की कर सकती है? वो एक्सेलरेट कर सकती है या आप ब्रेक मार के उन्हें रोक सकते हैं। तो आप समझ गए क्लासेस की होंदियां एक नक्शा जिहदे तो आप ऑब्जेक्ट्स बनाने। हुण क्लासेस की हो सकता है? क्लासेस फील्ड्स हो सकती हैं। फील्ड्स मतलब वेरीएबल्स, जिहड़ा आपां हुणे देखिया किसी चीज़ की प्रॉपर्टी। मैथड हो सकते हैं कि वो क्लास तो की कराना है।
ਕੰਸਟਰਕਟਰ ਹੋ ਸਕਦੇ ਆ ਜਾਂ ਨੈਸਟਡ ਕਲਾਸਿਸ ਜਾਂ ਫਿਰ ਹੋਰ ਇੰਟਰਫੇਸਿਸ ਵੀ ਹੋ ਸਕਦੇ ਆ। ਚਿੰਤਾ ਨਾ ਕਰੋ, ਕੰਸਟਰਕਟਰਸ, ਨੈਸਟਡ ਕਲਾਸ, ਇੰਟਰਫੇਸ ਆਪਾਂ ਸਾਰਾ ਕੁਝ ਪੜਾਂਗੇ ਇਸ ਸੀਰੀਜ਼ 'ਚ। ਹੁਣ ਆਪਾਂ ਕਿਹਾ ਸੀ ਆਬਜੈਕਟ ਇਜ਼ ਐਨ ਇੰਸਟੈਂਸ ਆਫ ਅ ਕਲਾਸ। ਇੰਸਟੈਂਸ ਦਾ ਮਤਲਬ ਕੀ ਹੁੰਦਾ ਹੈ? ਇੰਸਟੈਂਸ ਦਾ ਮਤਲਬ ਹੁੰਦਾ ਹੋਂਦ, ਕਿ ਇੱਕ ਆਬਜੈਕਟ ਇੱਕ ਕਲਾਸ ਤੋਂ ਆਇਆ ਹੈ ਤਾਂ ਆਪਾਂ ਉਹਨੂੰ ਕਹਿੰਦੇ ਆ ਕਿ ਆਬਜੈਕਟ ਇਜ਼ ਐਨ ਇੰਸਟੈਂਸ ਆਫ ਅ ਕਲਾਸ, ਕਿ ਕਲਾਸ ਦੀ ਇੱਕ ਹੋਂਦ ਹੈ ਉਹ। ਹੁਣ ਆਬਜੈਕਟ ਬਣਾਉਣ ਨੂੰ ਫਿਰ ਕੀ ਕਵਾਂਗੇ? ਉਹਨੂੰ ਆਪਾਂ ਕਵਾਂਗੇ ਇੰਸਟੈਂਸੀਏਸ਼ਨ। ਆਬਜੈਕਟ ਬਣਾਉਣ ਨੂੰ ਆਪਾਂ ਕਵਾਂਗੇ ਇੰਸਟੈਂਸੀਏਸ਼ਨ। ਇੱਕ ਕਲਾਸ ਦੇ ਜਿਹੜੇ ਕਾਫੀ ਸਾਰੇ ਆਬਜੈਕਟ ਹੁੰਦੇ ਆ ਉਸ ਕਲਾਸ ਦੀਆਂ ਪ੍ਰੋਪਰਟੀਜ਼ ਤੇ ਬਿਹੇਵੀਅਰ ਸ਼ੇਅਰ ਕਰਦੇ ਨੇ। ਹੁਣ ਉਹਨਾਂ ਦੀ ਵੈਲਿਊ ਬਾਅਦ ਚ ਜਾ ਕੇ ਅੱਡ ਹੋ ਸਕਦੀ ਹੈ। ਜਿੱਦਾਂ ਆਪਾਂ ਦੇਖਿਆ ਕਿ ਜੇ ਕਲਾਸ ਕੋਲ weight ਹੈ ਤਾਂ ਸਾਰੀਆਂ ਗੱਡੀਆਂ ਕੋਲ weight ਹੋਊਗਾ। ਹੋ ਸਕਦਾ ਕਿਸੇ ਦਾ 100 ਕਿਲੋ ਹੋਵੇ, ਕਿਸੇ ਦਾ 1000 ਕਿਲੋ ਹੋਵੇ, ਕਿਸੇ ਦਾ ਕੁਛ ਹੋਵੇ ਐਂਡ ਸੋ ਔਨ। ਠੀਕ ਹੈ, ਤੇ ਹੁਣ ਕਿੰਨੇ ਆਬਜੈਕਟ ਬਣਾ ਸਕਦੇ ਆਪਾਂ ਇੱਕ ਕਲਾਸ ਦੇ? ਕੋਈ ਲਿਮਿਟ ਨਹੀਂ ਹੈ ਇਹਦੇ ਤੇ, ਤੁਸੀਂ ਜਿੰਨੇ ਮਰਜ਼ੀ ਆਬਜੈਕਟ ਬਣਾ ਸਕਦੇ ਹੋ ਇੱਕ ਕਲਾਸ ਦੇ। ਤਾਂ ਅੱਜ ਆਪਾਂ ਕੀ ਦੇਖਿਆ? ਪ੍ਰੋਸੀਜਰਲ ਪ੍ਰੋਗਰਾਮਿੰਗ ਕੀ ਹੁੰਦੀ ਹੈ, ਉਹਦੇ 'ਚ ਕੀ ਕਮੀਆਂ ਸੀ। ਆਪਾਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਤੇ ਆ ਗਏ। ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ 'ਚ ਚੀਜ਼ਾਂ ਅਸਲੀ ਵਰਲਡ ਦੇ ਹਿਸਾਬ ਨਾਲ ਚੱਲਦੀਆਂ, ਜਿੱਦਾਂ ਚੀਜ਼ਾਂ ਅਸਲੀ ਦੁਨੀਆ 'ਚ ਹੁੰਦੀਆਂ। ਹਰ ਚੀਜ਼ ਨੂੰ ਆਪਾਂ ਆਬਜੈਕਟ ਮੰਨਦੇ ਹਾਂ। ਆਬਜੈਕਟ ਕੋਲ ਆਪਣੀ ਪ੍ਰੋਪਰਟੀ ਹੈ ਜਾਂ ਫਿਰ ਆਬਜੈਕਟ ਕੋਲ ਆਪਣਾ ਬਿਹੇਵੀਅਰ ਹੈ, ਤੇ ਇੱਕੋ ਤਰ੍ਹਾਂ ਦੇ ਬਹੁਤ ਸਾਰੇ ਆਬਜੈਕਟ ਬਣਾਉਣ ਲਈ ਆਪਾਂ ਕਲਾਸਿਸ ਯੂਜ਼ ਕਰਦੇ ਹਾਂ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਕੀ ਹੁੰਦੀ ਹੈ, ਪ੍ਰੋਸੀਜਰਲ ਪ੍ਰੋਗਰਾਮਿੰਗ ਕੀ ਹੁੰਦੀ ਹੈ, ਤੇ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਦਾ ਬਟਨ ਦਬਾ ਦੇਣਾ, ਸਬਸਕ੍ਰਾਈਬ ਕਰ ਲੈਣਾ ਅਤੇ ਆਲ ਨੋਟੀਫਿਕੇਸ਼ਨਸ ਇਨੇਬਲ ਕਰ ਲੈਣਾ, ਤਾਂ ਕਿ ਜਦੋਂ ਵੀ ਮੈਂ ਕੋਈ ਵੀਡੀਓ ਪਾਵਾਂ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਵੇ। ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਸੁਝਾਅ ਹੈ ਜਾਂ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਈ ਤਾਂ ਕਮੈਂਟਸ 'ਚ ਉਹਨੂੰ ਪਾਓ, ਮੈਂ ਉਹਨੂੰ ਦੇਖਾਂਗਾ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੀ ਪ੍ਰੋਬਲਮ ਸੋਲਵ ਕਰ ਸਕਾਂ। ਇਸ ਵੀਡੀਓ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ।